सारे धर्म इक्को जे ने। ਜਦੋਂ ਉਹਨੇ ਸਾਰੇ ਧਰਮ ਸ਼ਬਦ ਬੋਲਿਆ, ਵਿਚਾਰ ਚਰਚਾ ਸ਼ੁਰੂ ਹੋ ਗਈ। ਅਸੀਂ ਕਿਹਾ ਜੀ ਸਾਰੇ ਧਰਮ ਨਹੀਂ ਹੈ, ਧਰਮ ਦੁਨੀਆ 'ਤੇ ਇੱਕੋ ਹੀ ਹੈ। ਨਾਲੇ ਤੁਸੀਂ ਸਾਰੇ ਧਰਮ ਕਿਹਾ। ਹੁਣ ਮੇਰਾ ਤੁਹਾਡੇ 'ਤੇ ਸਵਾਲ ਹੈ, ਤੁਸੀਂ ਗਲ ਵਿੱਚ ਜਨੇਊ ਪਾਇਆ ਹੈ? ਉਹ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਕਹਿੰਦੇ ਹਾਂਜੀ ਪਾਇਆ ਹੈ। ਹੁਣ ਸਾਨੂੰ ਜਨੇਊ ਵਿਖਾਇਆ, ਕਹਿੰਦੇ ਆਹ ਵੇਖੋ ਜੀ ਖੱਬੇ ਮੋਢੇ ਤੋਂ ਸੱਜੀ ਵੱਖੀ ਵਾਲੇ ਬੰਨੇ। ਮੈਂ ਕਿਹਾ ਠੀਕ ਹੈ ਜੀ। ਮੈਂ ਕਿਹਾ ਤੁਹਾਡੇ ਘਰ ਵਿੱਚ ਤੁਹਾਡੀ ਇਸਤਰੀ, ਤੁਹਾਡੀ ਵਾਈਫ ਨੇ ਜਨੇਊ ਪਾਇਆ? ਕਹਿੰਦੇ ਨਹੀਂ। ਮੈਂ ਕਿਹਾ ਤੁਹਾਡੀ ਬੇਟੀ ਨੇ, ਤੁਹਾਡੇ ਬੇਟੇ ਨੇ? ਕਹਿੰਦੇ ਹਾਂਜੀ ਬੇਟੇ ਨੇ ਪਾਇਆ। ਮੈਂ ਕਿਹਾ ਦਾਦਾ ਜੀ ਨੇ, ਪਿਤਾ ਜੀ ਨੇ ਪਾਇਆ ਸੀ, ਮਾਂ ਨੇ ਪਾਇਆ? ਕਹਿੰਦੇ ਨਹੀਂ। ਮੈਂ ਕਿਹਾ ਕਿਉਂ? ਕਹਿੰਦੇ ਔਰਤ ਵਾਸਤੇ ਧਾਗਾ ਨਹੀਂ ਹੈ। ਮੈਂ ਕਿਹਾ ਹੁਣੇ ਤੁਸੀਂ ਕਹੇ ਹੋ ਸਾਰੇ ਧਰਮ ਇੱਕੋ ਜਿਹੇ ਨੇ। ਪਹਿਲੀ ਗੱਲ ਤਾਂ ਧਰਮ ਹੈ ਇੱਕੋ, ਇਨਸਾਨੀਅਤ। ਤਾਂ ਹੀ ਸਾਨੂੰ ਸਿੱਖ ਸ਼ਬਦ ਦਿੱਤਾ। ਅਸੀਂ ਉਹ ਇਨਸਾਨੀਅਤ ਵਾਲਾ ਗੁਣ ਜਿਹੜਾ ਸਾਨੂੰ ਗੁਰੂ ਨੇ ਸਿਖਾਇਆ ਸੀ, ਉਹ ਸਿੱਖਣ ਵਾਸਤੇ ਸਿੱਖ ਬਣੇ ਆ। ਸਿੱਖ ਦਾ ਅਰਥ ਹੀ ਸਟੂਡੈਂਟ ਹੁੰਦਾ ਹੈ, ਸਿੱਖਿਆਰਥੀ। ਅਤੇ ਅੱਗੇ ਉਹਦਾ ਅਗਲਾ ਸਵਾਲ ਸੀ ਉਹਦਾ ਸਾਨੂੰ, ਕਹਿੰਦਾ ਫਿਰ ਤੁਹਾਡੇ ਆਮ ਘਰਾਂ ਵਿੱਚ, ਤੁਹਾਡੇ ਪਰਿਵਾਰਾਂ 'ਚ ਵੀ ਸਾਰੇ ਪਾਉਂਦੇ ਨੇ? ਮੈਂ ਕਿਹਾ ਹਾਂਜੀ। ਜੇ ਅਸੀਂ ਸ੍ਰੀ ਸਾਹਿਬ ਪਾਈ ਹੈ, ਭੈਣ ਵੀ ਪਾ ਸਕਦੀ ਹੈ, ਮਾਤਾ ਵੀ ਪਾ ਸਕਦੀ ਹੈ, ਧੀਆਂ ਵੀ ਪਾ ਸਕਦੀਆਂ ਨੇ, ਪੁੱਤਰ ਵੀ ਪਾ ਸਕਦੇ ਨੇ, ਪਤਨੀ ਵੀ ਪਾ ਸਕਦੀ ਹੈ, ਪਤੀ ਵੀ ਪਾ ਸਕਦਾ, ਦਾਦਾ ਵੀ ਪਾ ਸਕਦਾ, ਦਾਦੀ ਵੀ ਪਾ ਸਕਦੀ ਹੈ। ਅਤੇ ਕਮਾਲ ਦੀ ਗੱਲ ਵੇਖੋ, ਇਸ ਸ੍ਰੀ ਸਾਹਿਬ ਨੂੰ ਪਵਾਉਣ ਵਕਤ ਜਦੋਂ ਖੰਡੇ ਦੀ ਪੌਲ ਤਿਆਰ ਹੁੰਦੀ ਹੈ, ਉਹਦੇ ਵਿੱਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਨੇ। ਤੁਸੀਂ ਪਾਉਣ ਦੀ ਗੱਲ ਕਰਦੇ ਹੋ, ਪਵਾਉਣ ਵਿੱਚ ਇਹ ਇੱਕ ਕਾਰ ਪਵਾਉਣ ਵਿੱਚ ਸ਼ਾਮਲ ਹੋ ਸਕਦੇ ਨੇ। ਉਹ ਬੈਂਕ ਵਿੱਚ ਹੁਣ ਪੜ੍ਹੇ ਲਿਖੇ ਸਨ, ਜੌਬ ਕਰਨ ਵਾਲੇ ਵਿਅਕਤੀ ਹੱਸ ਕੇ ਆਂਦੇ ਫਿਰ ਤੇ ਕਮਾਲ ਦੀ ਸੋਚ ਹੈ ਗੁਰੂ ਨਾਨਕ ਸਾਹਿਬ ਜੀ ਦੀ। ਤੁਸੀਂ ਇਹ ਵਿਚਾਰਾਂ ਦੁਨੀਆ ਨੂੰ ਕਿਉਂ ਨਹੀਂ ਦੱਸਦੇ? ਅਤੇ ਅਸੀਂ ਅੱਗਿਓਂ ਜਿੰਨੇ ਕਿਸਾਨਾਂ ਨੂੰ ਗਿਆਨ ਸੀ, ਅਸੀਂ ਕਿਉਂਕਿ ਇਹ 2003 ਦੀ ਗੱਲ ਦੱਸ ਰਹੇ ਹਾਂ, ਅੱਜ ਤੋਂ 17 ਸਾਲ ਪਹਿਲਾਂ, ਅਸੀਂ ਕਿਹਾ ਇਹੋ ਹੀ ਤਾਂ ਦੁਖਾਂਤ ਹੈ ਕਿ ਇਹ ਐਡਾ ਵੱਡਾ ਖਜ਼ਾਨਾ ਅਜੇ ਤੱਕ ਤੇ ਸਿੱਖ ਪਰਿਵਾਰਾਂ ਨੇ ਆਪਣੇ ਬੱਚਿਆਂ ਤੱਕ ਨਹੀਂ ਦੱਸਿਆ, ਆਪ ਨਹੀਂ ਸਮਝਿਆ। ਅਸੀਂ ਦੂਜਿਆਂ ਨੂੰ ਕਿੱਥੋਂ ਦੱਸਣਾ ਸੀ? ਅਸੀਂ ਤੇ ਇਹਦੀਆਂ ਪ੍ਰਭਾਤ ਫੇਰੀਆਂ ਕੱਢੀਆਂ ਨੇ, ਨਗਰ ਕੀਰਤਨ ਕੱਢੇ ਨੇ, ਲੰਗਰ ਲਾਏ ਨੇ, ਮੱਥੇ ਟੇਕੇ ਨੇ, ਪਰ ਅਸੀਂ ਗੁਰੂ ਪਾਤਸ਼ਾਹ ਦੀ ਇਸ ਵਿਚਾਰਧਾਰਾ ਨੂੰ ਨਹੀਂ ਸਮਝ ਪਾਏ। ਹੈ ਕੋਈ ਮੁਕਾਬਲਾ ਇਸ ਵਿਚਾਰਧਾਰਾ ਦਾ? ਪਰ ਗੱਲ ਫਿਰ ਉੱਥੇ ਆਣ ਕੇ ਡਿੱਗਦੀ ਹੈ ਵੀ ਸਾਡੀ ਹਾਲਤ ਉਹ ਹੈ, ਖਜ਼ਾਨੇ 'ਤੇ ਬੈਠ ਕੇ ਭੀਖ ਮੰਗ ਰਹੇ ਹਾਂ। ਖਜ਼ਾਨੇ ਦੇ ਉੱਪਰ ਜਿਹੜਾ ਐਡਾ ਵੱਡਾ ਗੁਣਾਂ ਦਾ ਖਜ਼ਾਨਾ ਸਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤਾ ਹੈ। ਮਹਾਰਾਜ ਨੇ ਕਿਹਾ ਜੇ ਹੈਗਾ ਤੇ ਪਾ ਦੇ। ਮੈਂ ਜਨੇਊ ਪਵਾਉਣ ਤੋਂ ਇਨਕਾਰੀ ਨਹੀਂ ਹਾਂ, ਜਨੇਊ ਹੈ ਤੇ ਪਾ, ਪਰ ਮੇਰੀ ਇੱਕ ਸ਼ਰਤ ਹੈ, ਦੱਸਾਂਗਾ ਤੈਨੂੰ ਮੈਂ, ਜੇ ਤੇਰੇ ਕੋਲ ਇਹੋ ਜਿਹਾ ਮਟੀਰੀਅਲ ਹੈਗਾ ਤੇ ਮੈਨੂੰ ਦੇ ਦੇ। ਗੁਰਦੇਵ ਜੀ ਉੱਥੇ ਬਹੁਤ ਪਿਆਰਾ ਬਚਨ ਕਰਦੇ, ਕਹਿੰਦੇ ਦਇਆ ਕਪਾਹ। ਮੈਨੂੰ ਕਪਾਹ ਦਾ ਬਣਿਆ ਨਹੀਂ ਚਾਹੀਦਾ, ਮੈਨੂੰ ਦਇਆ ਦਾ ਬਣਿਆ ਚਾਹੀਦਾ। ਯਾਨੀ ਕਿ ਜਦ ਤੇਰੇ ਕੋਲ ਕਪਾਹ ਦੀ ਜਗ੍ਹਾ ਦਇਆ ਹੈ, ਦਇਆ ਕਪਾਹ, ਸੰਤੋਖ ਸੂਤ, ਸੂਤ ਨਹੀਂ ਚਾਹੀਦਾ, ਉਹਦੀ ਜਗ੍ਹਾ ਸੰਤੋਖ ਚਾਹੀਦਾ। ਜਤ ਗੰਢੀ, ਗੰਢਾਂ ਨਹੀਂ ਚਾਹੀਦੀਆਂ, ਜਤ ਚਾਹੀਦਾ। ਜਤ ਮੀਨਿੰਗ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਰੱਖਣਾ, ਬੁਰਿਆਂ ਖਿਆਲਾਂ ਤੋਂ ਰੱਖਣਾ। ਜਤੀ ਬਣਨ ਵਾਸਤੇ ਲੋਕ ਵਿਆਹ ਨਹੀਂ ਸੀ ਕਰਾਉਂਦੇ, ਬਿਹੰਗਮ ਰਹਿੰਦੇ ਸੀ। ਜਤੀ ਅਖਵਾਉਣ ਵਕਤ ਵਾਸਤੇ ਲੋਕ ਆਪਣੇ ਪਰਿਵਾਰ ਛੱਡ ਕੇ ਪਹਾੜਾਂ 'ਤੇ ਚਲੇ ਗਏ। ਜੋਗੀ ਲੋਕ, ਸਾਧ ਵੀ ਉਸੇ ਲੈਣ ਦੇ ਉੱਤੇ ਤੁਰਦੇ ਨੇ ਅੱਜ। ਜਿਹੜੇ ਸਾਧ ਆਪਣੇ ਪਰਿਵਾਰਾਂ ਨੂੰ ਛੱਡ ਕੇ, ਹੁਣ ਉਹਨਾਂ ਨੂੰ ਪਤਾ ਹੈ ਵੀ ਬਣਦੀ ਵਿਚਾਰ ਸੰਗਤ ਨੂੰ ਸਮਝ ਆਉਣ ਲੱਗ ਪਈ, ਤਾਂ ਕਹਿਣ ਲੱਗ ਪਏ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰਾਇਆ ਵਿਆਹ ਜੀ। ਮਰਜ਼ੀ ਨਾਲ ਨਹੀਂ ਬਾਬਾ ਜੀ, ਡੇਰੇ ਦੀ ਮਰਿਆਦਾ ਸੀ ਇਹ, ਕਿ ਜੇ ਡੇਰੇ ਦਾ ਪੈਰੋਕਾਰ ਬਣਨਾ ਹੈ ਤੇ ਕੰਡੀਸ਼ਨ ਪੂਰੀ ਕਰਨੀ ਪਵੇਗੀ। ਜੇ ਗ੍ਰਸਤੀ ਹੋ ਗਏ ਤੇ ਆਪਣੇ ਗ੍ਰਸਤ ਤੋਂ ਪਾਸੇ ਰਹਿਣਾ ਪਵੇਗਾ। ਇਹ ਡੇਰਿਆਂ ਦੀ ਮਰਿਆਦਾ ਹੈ। ਅਗਲੇ ਨੂੰ ਪਤਾ ਸੀ ਤੁਸੀਂ ਵੀ ਵਿਆਹ ਕਰਾ ਲਿਆ, ਆਮ ਗ੍ਰਸਤੀ ਨੇ ਪ੍ਰਭਾਵਿਤ ਨਹੀਂ ਹੋਣਾ। ਪਤਾ ਲੱਗੇ ਬਾਬਾ ਜੀ ਨੇ ਤਾਂ ਪੂਰਨ ਤੌਰ 'ਤੇ ਕੰਟਰੋਲ ਕੀਤਾ ਆਪਣੇ ਆਪ 'ਤੇ। ਬਾਬਾ ਜੀ ਬਿਹੰਗਮ ਨੇ, ਬਲਾਤਕਾਰਾਂ ਦੀਆਂ ਮੁੜ ਕੇ ਰਿਪੋਰਟਾਂ ਆਉਂਦੀਆਂ ਨੇ, ਮੁੜ ਕੇ ਘਟਨਾਵਾਂ ਵਾਪਰਦੀਆਂ ਨੇ, ਇਸੇ ਕਰਕੇ ਵਾਪਰਦੀਆਂ ਨੇ। ਜੇ ਹਜ਼ਾਰਾਂ ਦੀ ਤਾਦਾਦ ਵਿੱਚ ਪੰਜਾਬ 'ਚ ਡੇਰੇ ਨੇ, ਉਹ ਤੇ ਬਾਅਦ ਵਿੱਚ ਸਾਧ ਦੇ ਸ਼ਬਦ ਬੋਲਣ ਲੱਗ ਪਏ। ਆਪਣੀ ਮਰਜ਼ੀ ਨਾਲ ਵਿਆਹ ਨਹੀਂ ਜੀ ਬਾਬਿਆਂ ਨੇ ਕਰਾਇਆ, ਮਰਜ਼ੀ ਨਾਲ ਨਹੀਂ, ਮਰਿਆਦਾ ਸੀ ਡੇਰੇ ਦੀ। ਡੇਰੇ ਦਾ ਨਿਯਮ ਸੀ ਕਿ ਬਾਬਾ ਜੀ ਵਿਆਹ ਨਹੀਂ ਕਰਾਉਣਗੇ ਜੇ ਡੇਰੇ ਦਾ ਮੁਖੀ ਬਣਨਾ ਹੈ। ਤਾਂ ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਸਾਧ ਸੰਗਤ ਗੁਰਦੇਵ ਜੀ ਕਹਿੰਦੇ ਜਤ ਗੰਢੀ। ਹੁਣ ਜਤ ਕਿਸੇ ਜਤੀ ਸਦਾਵੇਂ, ਜੁਗਤ ਨਾ ਜਾਣੇ, ਛੱਡ ਬਹਿ ਘਰ ਬਾਰ। ਜਤੀ ਅਖਵਾਉਂਦਾ ਹੈ ਪਰ ਜੁਗਤੀ ਨਹੀਂ ਜਾਣਦਾ। ਛੱਡ ਬੈਠਾ ਘਰ ਬਾਰ, ਆਪਣਾ ਘਰ ਬਾਰ ਤਿਆਗ ਬੈਠਾ ਜਤੀ ਅਖਵਾਉਣ ਵਾਸਤੇ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸੱਤ ਵਟ। ਇਹ ਜਨੇਊ, ਆ ਜਿਹੜਾ ਜਨੇਊ ਮੈਂ ਦੱਸ ਰਿਹਾ, ਜੀ ਕਾ, ਇਹ ਮੰਨਦਾ ਹੈ, ਤਾਂਦਾ ਨਹੀਂ ਹੈ। ਹੁਣ ਫਰਕ ਇਹਨਾਂ, ਹੇ ਵਿਪਰ ਜਿਹੜਾ ਤੂੰ ਦੱਸ ਰਿਹਾ ਤਾਨੇ ਪਾਉਣਾ ਹੈ, ਆਹ ਫਰਕ ਹੈ। ਜਿਹੜਾ ਮੈਂ ਦੱਸ ਰਿਹਾ
ਇਹ ਮਨ ਨੇ ਪਾਉਣਾ ਹੈ। ਇਹ ਜਨੇਊ ਜੀ ਕਾ, ਕਿਉਂਕਿ ਪੁਆੜੇ ਦੀ ਜੜ ਜੀ ਹੈ। ਇਹ ਮਨ ਲੈ ਕੇ ਜਾਂਦਾ ਹੈ ਤਨ ਨੂੰ ਗਲਤ ਜਗ੍ਹਾ ਤੇ। ਮਨ, ਤਨ ਦੀ ਕੀ ਹਿੰਮਤ ਹੈ ਕਦਮ ਵੀ ਪੁੱਟ ਸਕੇ ਮਨ ਦੀ ਇਜਾਜ਼ਤ ਤੋਂ ਬਿਨਾਂ। ਇਹ ਜਨੇਊ ਜੀ ਕਾ, ਜੀ ਦਾ ਮਨ ਦਾ ਹੈ ਹੀ ਹੈਗਾ। ਜਿਹੜੇ ਕਹਿੰਦੇ ਮਹਾਰਾਜ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ, ਪਾਉਣ ਤੋਂ ਇਨਕਾਰ ਨਹੀਂ ਕੀਤਾ, ਪਵਾਉਣ ਤੋਂ ਇਨਕਾਰ ਨਹੀਂ ਕੀਤਾ। ਕਿਹਾ ਪਾ ਦੇ, ਆ ਹੈਗਾ ਤੇ ਪਾ ਦੇ। ਜਿਵੇਂ ਕੋਈ ਮੰਨ ਲਓ ਕਿਸੇ ਦੁਕਾਨ ਤੇ ਜਾਂਦਾ ਹੈ, ਮਹਾਰਾਜ ਕਹਿੰਦੇ ਮੈਂ ਸਮਾਨ ਲੈਣ ਆਇਆ ਪਰ ਆ ਹੈਗਾ ਤੇ ਦੇ। ਮੈਂ ਇਹ ਥੋੜ੍ਹਾ ਕਹਿਣਾ ਤੈਨੂੰ ਵੀ ਮੈਂ ਸਮਾਨ ਲੈਣ ਨਹੀਂ ਆਇਆ। ਹੁਣ ਮੰਨ ਲਓ ਕਸਟਮਰ ਕਿਸੇ ਦੁਕਾਨ ਤੇ ਜਾਂਦਾ ਹੈ, ਉਹ ਕਹਿੰਦਾ ਮੈਂ ਵੇਖੋ ਆਹ ਆਈਟਮਾਂ ਤੁਹਾਨੂੰ ਦੱਸਦੀਆਂ ਹੈਗੀਆਂ, ਦੇ ਦਿਓ ਮੈਨੂੰ। ਮੈਂ ਇਹ ਥੋੜ੍ਹਾ ਕਹਿੰਦਾ ਮੈਂ ਤੁਹਾਡੇ ਕੋਲ ਲੈਣ ਨਹੀਂ ਆਇਆ, ਮੈਂ ਤਾਂ ਲੈਣ ਆਇਆ ਵਾਂ, ਮੈਂ ਤਾਂ ਗਾਹਕ ਵਾਂ, ਜੇ ਹੈਗਾ ਤੇ ਦੇ ਦਿਓ ਮੈਨੂੰ। ਜੇ ਸਮਾਨ ਹੈ ਤੇ ਇੱਦਾਂ ਹੀ ਮਹਾਰਾਜ ਕਹਿੰਦੇ ਮੈਂ ਤੇਰੇ ਕੋਲ ਆਇਆ ਵਾਂ, ਹੈਗਾ ਤੇ ਸਮਾਨ ਦੇ। ਉਹਦੇ ਹੱਥ ਖੜੇ ਨੇ। ਉਹ ਕਹਿੰਦਾ ਬਾਬਾ ਇਹ ਮਨ ਵਾਲਾ ਜਨੇਊ ਮੇਰੇ ਕੋਲ ਨਹੀਂ ਹੈ। ਇਹ ਜਨੇਊ ਜੀ ਕਾ ਹੈ ਹੀ ਹੈਗਾ ਤਾਂ ਭਾਂਡੇ ਘੱਤ, ਹੈਗਾ ਤਾਂ ਭਾਂਡੇ ਪਾ ਦੇ। ਮੈਂ ਪਵਾਉਣ ਨੂੰ ਤਿਆਰ ਹਾਂ ਆਪਣੇ ਗਲ ਦੇ ਵਿੱਚ।